ਡਾਕਟਰ ਅੰਬੇਦਕਰ ਭਵਨ ਲੁਧਿਆਣਾ ਵਿਖੇ ਇੱਥੇ ਪੰਜਾਬ ਦੀਆਂ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਆ ਤੇ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਆ ਕਿ ਜਿਹੜੀਆਂ ਖੇਤੀ ਜਿਹੜੇ ਮਜ਼ਦੂਰ ਆ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨ ਆ ਉਹਨਾਂ ਦੀ ਪ੍ਰਾਪਤੀ ਦੇ ਲਈ ਇਹਨਾਂ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਗਿਆ ਆ ਤੇ ਮੇਰੇ ਨਾਲ ਨੇ ਰਮਨ ਜੀ ਅੱਜ ਜਿਹੜੀ ਮੀਟਿੰਗ ਹੋਈ ਆ ਇਹਦੇ ਵਿੱਚ ਕਿਹੜੇ ਇਸ਼ੂਆਂ ਤੇ ਵਿਚਾਰ ਚਰਚਾ ਹੋਈ ਹੈ? ਅੱਜ ਦੀ ਜੋ ਮੀਟਿੰਗ ਹੈ ਇਸ ਦੇ ਵਿੱਚ ਜੋ ਪਿੰਡੂ ਖੇਤਰ ਦੇ ਵਿੱਚ ਜ਼ਮੀਨਾਂ ਹੁੰਦੀਆਂ ਜਿਹੜੀਆਂ ਕਿ ਸਰਪਲਸ ਪ੍ਰਾਪਰਟੀਆਂ ਹੁੰਦੀਆਂ ਜਿਹੜੀਆਂ ਕਿ ਐਸਸੀ ਕੈਟਾਗਰੀਜ਼ ਦੇ ਲਈ ਹੁੰਦੀਆਂ ਅਕੋਰਡਿੰਗ ਟੂ ਐਕਟ, ਉਹਦੇ ਵਿੱਚ ਉਹ ਜਿਹੜੀਆਂ ਪ੍ਰਾਪਰਟੀਆਂ ਉਹਨਾਂ ਨੂੰ ਨਹੀਂ ਮਿਲਦੀਆਂ। ਉਹ ਕੀ ਹੁੰਦਾ ਹੈ ਕਿ ਉਹ ਡੰਮੀ ਬੋਲੀਆਂ ਹੁੰਦੀਆਂ ਨੇ ਤੇ ਉਹ ਡੰਮੀ ਬੋਲੀਆਂ ਲੈ ਕੇ ਸਰਮਾਏਦਾਰ ਜਾਂ ਪ੍ਰਕਾਸ਼ਟ ਕੋਈ ਵੀ ਉਹ ਆਪਣੇ ਹੈਂਡਓਵਰ ਕਰ ਲੈਂਦੇ ਨੇ ਤੇ ਉਹ ਫਿਰ ਉਹਨਾਂ ਦਾ ਸੀਰੀ ਪੁਣੇ ਦੇ ਵਿੱਚ ਹੀ ਸਾਰਾ ਜੀਵਨ ਨਿਕਲ ਜਾਂਦਾ। ਸੋ ਅੱਜ ਦੀ ਜਿਹੜੀ ਮੀਟਿੰਗ ਆ ਇਸ ਦਾ ਜਿਹੜਾ ਆਗਾਜ਼ ਆ ਉਹ ਇੰਟਰਨੈਸ਼ਨਲ ਬੁੱਧਿਸਟ ਗੁਰੂ ਰਵਿਦਾਸ ਆਰਗੇਨਾਈਜੇਸ਼ਨਸ ਔਰ IBO ਇੰਟਰਨੈਸ਼ਨਲ ਬਹੁਜਨ ਆਰਗੇਨਾਈਜੇਸ਼ਨਸ ਜਿਨ੍ਹਾਂ ਦੇ ਪ੍ਰੈਜ਼ੀਡੈਂਟ ਰਵੀ ਮਹੇ ਜੀ ਤੇ ਹੋਰ ਕਾਫੀ NRIs ਜਿਨ੍ਹਾਂ ਦਾ ਕਾਫੀ ਸਪੋਰਟ ਆ, ਉਹਨਾਂ ਨੇ ਇਹ ਆਰਗੇਨਾਈਜ਼ ਕੀਤੀ ਹੈ। ਤੇ ਇਹਦੇ ਵਿੱਚ ਜੋ ਇੰਡੀਆ ਦੇ ਵਿੱਚ ਬਹੁਤ ਅੱਛੀਆਂ ਪੰਜਾਬ ਦੇ ਵਿੱਚ ਜਥੇਬੰਦੀਆਂ ਨੇ ਜਿਨ੍ਹਾਂ ਵਿੱਚੋਂ ਵਿਜੇ ਜੀ ਨੇ ਔਰ ਮੁਕੇਸ਼ ਜੀ ਨੇ, ਸੁਖਦੇਵ ਜੀ ਨੇ, ਹੋਰ ਕਾਫੀ ਜਥੇਬੰਦੀਆਂ ਤੋਂ ਲੋਕ ਆਏ ਨੇ ਜਿਨ੍ਹਾਂ ਨੇ ਇਸ ਮੁਹਿੰਮ ਦੇ ਵਿੱਚ ਬਹੁਤ ਆਪਣਾ ਸਮਾਂ ਤੇ ਬਹੁਤ ਅਹਿਮ ਰੋਲ ਅਦਾ ਕੀਤਾ ਆ। ਤੇ ਇਹਨਾਂ ਨਾਲ ਇੱਕ ਰਾਬਤਾ ਕਾਇਮ ਕਰਕੇ ਇੱਕ ਗੁਫ਼ਤਗੂ ਕਰਕੇ ਅਸੀਂ ਜੋ ਇਹ ਪ੍ਰੋਬਲਮ ਹੈ ਇਹਨੂੰ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੀ ਪੰਚਾਇਤੀ ਜ਼ਮੀਨ ਹੁੰਦੀ ਆ ਉਹ ਦਲਿਤਾਂ ਨੂੰ ਕਿੰਨੇ ਮਿਲਣੀ ਚਾਹੀਦੀ, ਇਹਦੇ ਬਾਰੇ ਜਾਣਕਾਰੀ ਦਿਓ। ਜੋ ਪੰਚਾਇਤੀ ਜ਼ਮੀਨ ਹੁੰਦੀ ਆ ਇਹ 1/3 ਹਿੱਸਾ ਜਿਹੜਾ ਇਹ ਇਹਨਾਂ ਨੂੰ ਮਿਲਣਾ ਚਾਹੀਦਾ ਆ, ਜਦ ਕਿ ਇਹਨਾਂ ਨੂੰ ਉਹ ਨਹੀਂ ਦਿੱਤਾ ਜਾਂਦਾ। ਲਗਾਤਾਰ ਜਿੱਦਾਂ ਮਾਲਵੇ ਦੇ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਲਗਾਤਾਰ ਧਰਨੇ ਪ੍ਰਦਰਸ਼ਨ ਸੰਘਰਸ਼ ਵੀ ਚੱਲ ਰਿਹਾ, ਕਾਮਰੇਡ ਜਥੇਬੰਦੀਆਂ ਜਿਹੜੀਆਂ ਉਹਨਾਂ ਵੱਲੋਂ ਵੀ ਲਗਾਤਾਰ ਸੰਘਰਸ਼ ਕੀਤਾ ਜਾਂਦਾ, ਫਿਰ ਕਿੱਥੇ ਜਾ ਕੇ ਜਿਹੜੀ ਗੱਲ ਅਟਕ ਜਾਂਦੀ ਹੈ? ਦੇਖੋ ਇਸ ਚੀਜ਼ ਦੇ ਤਾਂ ਬਹੁਤ ਅੱਛੀ ਤਰੀਕੇ ਦੇ ਨਾਲ ਤੁਹਾਨੂੰ ਵਿਜੇ ਜੀ ਦੱਸ ਸਕਦੇ ਨੇ ਕਿਉਂਕਿ ਇਹ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਨੇ ਔਰ ਬਹੁਤ ਸਾਰੇ ਇਹਨਾਂ ਨੇ ਪ੍ਰੋਬਲਮਾਂ, ਬੜੇ ਪਰਚੇ, ਬੜਾ ਕੁਛ ਸਰਕਾਰ ਨੇ ਇਹਨਾਂ ਨੂੰ ਬਹੁਤ ਪ੍ਰਤਾੜਿਆ ਵੀ ਆ ਤੇ ਮੰਗਾਂ ਤਾਂ ਕੀ ਮੰਨਣੀਆਂ ਸੀਗੀਆਂ। ਔਰ ਮੁਕੇਸ਼ ਜੀ ਆ ਇਹਨਾਂ ਨੇ ਵੀ ਬੜਾ ਸੰਘਰਸ਼ ਕੀਤਾ ਹੈ ਇਸ ਗੱਲ ਦੇ ਵਿੱਚ ਤੇ ਇਹ ਤੁਹਾਨੂੰ ਮੇਰੇ ਤੋਂ ਬੈਟਰ ਦੱਸ ਸਕਦੇ ਆ ਜੀ ਪਲੀਜ਼। ਮਜ਼ਦੂਰ ਮੁਕਤੀ ਮੋਰਚਾ ਦੇ ਵਿਜੇ ਜੀ ਕੀ ਲਗਾਤਾਰ ਜਿਹੜਾ ਮਾਲਵੇ ਦੇ ਵਿੱਚ ਖਾਸ ਕਰ ਇਹ ਪੰਚਾਇਤੀ ਜ਼ਮੀਨ ਨੂੰ ਲੈ ਕੇ ਲਗਾਤਾਰ ਸੰਘਰਸ਼ ਚੱਲਦਾ ਆ, ਕਈ ਕਾਮਰੇਡ ਜਥੇਬੰਦੀਆਂ ਹੋਰ ਵੀ ਲਗਾਤਾਰ ਮੈਂ ਦੇਖਦਾ ਵੀ ਮਹੀਨੇ ਉਹਨਾਂ ਦਾ ਸੰਘਰਸ਼ ਜਿਹੜਾ ਚੱਲਦਾ ਰਹਿੰਦਾ ਆ, ਫਿਰ ਕਿੱਥੇ ਜਿਹੜੀ ਗੱਲ ਅਟਕ ਜਾਂਦੀ ਆ? ਜਦੋਂ ਤੁਹਾਡੀ ਲੜਾਈ ਸਿਸਟਮ ਦੇ ਨਾਲ ਹੋਵੇ, ਜਦੋਂ ਸਰਕਾਰੀ ਮਸ਼ੀਨਰੀ ਦੇ ਨਾਲ ਤੁਹਾਡਾ ਟਾਕਰਾ ਹੋਣਾ ਹੋਵੇ, ਇੱਕ ਪਾਸੇ ਤਾਂ ਪੂਰੀ ਸੱਤਾ, ਸ਼ਾਸਨ, ਪ੍ਰਸ਼ਾਸਨ ਤੇ ਉਸ ਤੋਂ ਬਾਅਦ ਪੂਰੇ ਪੇਂਡੂ ਧਨਾੜਾਂ ਦੀ ਆਰਥਿਕ ਤੌਰ ਤੇ ਪੂਰੀ ਮਜ਼ਬੂਤੀ ਵਾਲੀ ਫੌਜ ਖੜੀ ਹੋਵੇ, ਦੂਜੇ ਪਾਸੇ ਉਹ ਲੋਕ ਜਿਹੜੇ ਸਵੇਰੇ ਨਿਕਲਦੇ ਨੇ ਤੇ ਸ਼ਾਮ ਨੂੰ 8 ਵਜੇ ਘਰੇ ਵੜਦੇ ਨੇ ਤੇ ਦਿਹਾੜੀ 250-300 ਜਿਨ੍ਹਾਂ ਨੂੰ ਮਿਲਦੀ ਆ, ਦੂਜੇ ਪਾਸੇ ਉਹਨਾਂ ਦੀ ਫੌਜ ਖੜੀ ਹੋਵੇ ਤੇ ਜ਼ਾਹਿਰ ਜੀ ਤੌਰ ਤੇ ਇਹ ਲੜਾਈ ਮਤਲਬ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਂਦੀ ਹੈ, ਹੌਸਲਿਆਂ ਦੇ ਤੌਰ ਤੇ ਨਹੀਂ ਹੁੰਦੀ। ਤੇ ਪ੍ਰਸ਼ਾਸਨ ਹਮੇਸ਼ਾ ਹੀ ਆਪਣੀਆਂ ਜਿਹੜੀਆਂ ਚਲਾਕੀਆਂ ਨੇ ਜਾਂ ਧੋਖੇਬਾਜ਼ੀਆਂ ਸਰਕਾਰ ਜਿਹੜੀ ਇਹਨਾਂ ਲੋਕਾਂ ਦੇ ਨਾਲ ਕਰਦੀ ਰਹੀ ਹੈ ਵੀ ਆਗੂਆਂ 'ਤੇ ਪਰਚੇ ਪਾਓ ਤੇ ਬਾਕੀ ਜਣਿਆਂ ਨੂੰ ਮਤਲਬ ਤਿੱਤਰ ਬਿੱਤਰ ਕਰ ਦਿਓ ਲਾਠੀ ਚਾਰਜ ਕਰਕੇ, ਜੋ ਕਿ 12 ਤਰੀਕ ਨੂੰ ਅਸੀਂ ਦੇਖਿਆ ਮੋਰਿੰਡੇ ਦੇ ਵਿੱਚ। ਇਸੇ ਤਰੀਕੇ ਨਾਲ ਪਟਿਆਲੇ ਦੇ ਵਿੱਚ ਲਗਾਤਾਰ ਇਹ ਸਭ ਵਾਪਰਦਾ ਅਸੀਂ ਦੇਖਦੇ ਰਹੇ ਹਾਂ। 9.5 ਸਾਲ ਕੈਪਟਨ ਨੇ ਮਤਲਬ ਪੂਰਾ ਮੌਜ ਕੀਤਾ ਪੰਜਾਬ ਦੇ ਉੱਤੇ ਤੇ ਉਸ ਤੋਂ ਬਾਅਦ ਮਤਲਬ ਜਦੋਂ ਲਾ ਦਿੱਤਾ ਕੁਰਸੀ ਤੋਂ ਤੇ ਹੁਣ ਕਿਸ ਕਿਸਮ ਦੀਆਂ ਆਉਂਦੀਆਂ ਯਾਰੀਆਂ ਨਿਕਲ ਰਹੀਆਂ ਨੇ ਉਹ ਅਸੀਂ ਸਾਰੇ ਦੇਖ ਰਹੇ ਹਾਂ। ਪੰਜਾਬ ਦੇ ਵਿੱਚ ਜਿੰਨੇ ਵੀ ਮਤਲਬ ਮਿਨਿਸਟਰਸ ਨੇ ਜਾਂ ਸਰਕਾਰ ਦੇ ਨਾਲ ਇੱਕ ਰਿਸ਼ਤਾ ਰੱਖਣ ਵਾਲੇ ਲੋਕ ਨੇ, ਉਹਨਾਂ ਦੀ ਜੇ ਤੁਸੀਂ ਇਨਕੁਆਇਰੀ ਕਰਕੇ ਦੇਖੋਗੇ ਤਾਂ ਹਜ਼ਾਰਾਂ ਏਕੜ ਜ਼ਮੀਨ ਨਿਕਲ ਆਉਂਦੀ ਉਹਨਾਂ ਨੇ ਕਬਜ਼ਾਈ ਹੋਈ ਆ। ਇਸ ਕਰਕੇ ਜਿਹੜਾ ਕਬਜ਼ਾ ਕਰਨ ਵਾਲੇ ਲੋਕ ਨੇ ਉਹ ਕਿਸੇ ਦੇ ਹੱਕ ਅਧਿਕਾਰ ਨੂੰ ਕੁਝ ਨਹੀਂ ਸਮਝਦੇ। ਗੱਲ ਇੱਥੇ ਖੜੀ ਹੋਈ ਆ। ਅਸੀਂ ਜਦੋਂ ਲੜਾਈ ਲੜਦੇ ਹਾਂ ਮਜ਼ਦੂਰ ਮੁਕਤੀ ਮੋਰਚਾ ਵੱਲੋਂ, ਜਦੋਂ ਪੂਰੇ ਪੰਜਾਬ ਦੇ ਵਿੱਚ ਇਸ ਲੜਾਈ ਨੂੰ ਲੜਿਆ ਗਿਆ ਜਾਂ ਅਸੀਂ ਕਹਿ ਦਈਏ ਪਾਰਟੀ ਵੱਲੋਂ ਇਸ ਲੜਾਈ ਨੂੰ ਲੜਿਆ ਗਿਆ ਤਾਂ 2009 ਦੇ ਵਿੱਚ ਇਹ ਲੜਾਈ ਸ਼ੁਰੂ ਕੀਤੀ ਗਈ। 2009 ਦੇ ਵਿੱਚ ਜਿਹੜਾ ਵਾਅਦਾ ਸਰਕਾਰਾਂ ਨੇ ਕੀਤਾ ਸੀ, ਜਿਹੜਾ ਹੱਕ ਬਣਦਾ ਸੀਗਾ ਦਲਿਤ ਮਜ਼ਦੂਰਾਂ ਦਾ ਅਤੇ ਪੰਚਾਇਤੀ ਜ਼ਮੀਨਾਂ ਦੇ ਉੱਤੇ ਅਸੀਂ ਆਪਦੇ ਤੌਰ ਤੇ ਕਬਜ਼ੇ ਕੀਤੇ ਵੀ ਹੁਣ ਜਦੋਂ ਮਜ਼ਦੂਰਾਂ ਨੂੰ ਸਰਕਾਰ ਨਹੀਂ ਦਿੰਦੀ ਤੇ ਅਸੀਂ ਆਪ ਬੈਠਦੇ ਕਿਉਂਕਿ ਇਹ ਸਾਡੀ ਜ਼ਮੀਨ ਆ। ਉਸ ਤੋਂ ਬਾਅਦ ਸਾਰਿਆਂ ਦੇ ਉੱਤੇ ਪਰਚੇ ਕਰੇ ਜਾਂਦੇ ਨੇ ਤੇ ਲੋਕਾਂ ਨੂੰ ਜੇਲ੍ਹਾਂ 'ਚ ਸਿੱਟਿਆ ਜਾਂਦਾ ਗਾ। ਤੁਸੀਂ ਯਕੀਨ ਨਹੀਂ ਮੰਨੋਗੇ, ਇਤਿਹਾਸ ਚੱਕ ਕੇ ਦੇਖੋ 2009 ਦਾ ਛੋਟੇ ਛੋਟੇ ਬੱਚਿਆਂ ਨੂੰ ਵੀ ਜੇਲ੍ਹਾਂ ਦੇ ਵਿੱਚ ਮਤਲਬ ਸੁੱਟਿਆ ਗਿਆ।
ਇਹ ਜਿਹੜੀ ਪ੍ਰਸ਼ਾਸਨ ਤੇ ਸਰਕਾਰ ਦੀ ਜਿਹੜੀ ਇੱਕ ਚਲਾਕੀ ਹੁੰਦੀ ਹੈ ਨਾ, ਵੀ ਕਿਸੇ ਵੀ ਅੰਦੋਲਨ ਨੂੰ ਕੁਚਲਣ ਵਾਸਤੇ ਉਹ ਜਾਂ ਤਾਂ ਜੇਲ੍ਹ ਦਾ ਸਹਾਰਾ ਲੈਂਦੀ ਹੈ, ਕੇਸਾਂ ਦਾ ਸਹਾਰਾ ਲੈਂਦੀ ਹੈ, ਜਾਂ ਪੁਲਿਸ ਦਾ ਸਹਾਰਾ ਲੈਂਦੀ ਹੈ। ਉਹ ਇਹ ਸਹਾਰਾ ਲੈਂਦੇ ਨੇ, ਤੇ ਅਸੀਂ ਜਿਹੜੇ ਲੋਕ ਹੁੰਨੇ ਆ, ਅਸੀਂ ਮਤਲਬ ਇੱਕ ਵਾਰ ਅੰਦਰ ਜਾਂਦੇ ਹਾਂ, ਫਿਰ ਬਾਹਰ ਆਉਂਦੇ ਹਾਂ, ਫਿਰ ਜਥੇਬੰਦੀ ਉਸਾਰਦੇ ਹਾਂ, ਫਿਰ ਮੂਵਮੈਂਟ ਨੂੰ ਉਸਾਰਦੇ ਹਾਂ, ਤੇ ਫਿਰ ਲੜਾਈ ਲਈ ਤਿਆਰ ਹੋ ਜਾਂਦੇ ਹਾਂ। ਜਿਸ ਤਰ੍ਹਾਂ ਜਿਹੜਾ ਕਿਸਾਨਾਂ ਦਾ 1 ਸਾਲ ਤੋਂ ਅੰਦੋਲਨ ਚੱਲ ਰਿਹਾ ਆ, ਤੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲੱਗ ਰਹੇ ਆ, ਤੇ ਮਜ਼ਦੂਰ ਵੀ ਡਟ ਕੇ ਜਿਹੜਾ ਆ ਕਿਸਾਨਾਂ ਦੇ ਨਾਲ ਖੜਾ ਆ, ਪਰ ਕਿਤੇ ਨਾ ਕਿਤੇ ਜਿਹੜਾ ਇਹ ਪੰਜਾਬ ਦੇ ਵਿੱਚ ਸ਼ੋਸ਼ਣ ਹੁੰਦਾ ਆ, ਉਹ ਜ਼ਿਮੀਂਦਾਰਾਂ ਵੱਲੋਂ ਮਜ਼ਦੂਰਾਂ ਤੇ ਹੁੰਦਾ ਆ। ਦੇਖੋ, ਸਪਸ਼ਟ ਹੈ, ਕੋਈ ਸ਼ੱਕ ਨਹੀਂ ਹੈ, ਪੰਜਾਬ ਦੇ ਵਿੱਚ ਜਿਹੜੇ ਪੇਂਡੂ ਧਨਾੜ ਬੈਠੇ ਹੋਏ ਆ ਉਹ ਸ਼ੋਸ਼ਣ ਕਰਦੇ ਆ। ਹੁਣ ਵੀ ਅਸੀਂ ਇੱਕ ਲੜਾਈ ਲੜ ਰਹੇ ਹਾਂ। ਪਿੰਡ ਮੌਜੋ ਕਲਾਂ ਦੇ ਵਿੱਚ ਇੱਕ ਦਲਿਤ ਮਜ਼ਦੂਰ ਹੈ ਜਿਹੜਾ ਪਿਛਲੀ 1 ਪੀੜ੍ਹੀ ਤੋਂ ਆਪਣੀ ਲੜਾਈ ਲੜ ਰਿਹਾ। ਉਹਦਾ ਦਰਵਾਜ਼ਾ ਜ਼ਿਮੀਂਦਾਰਾਂ ਦੀ ਗਲੀ ਵੱਲ ਨੂੰ ਖੁੱਲ੍ਹਦਾ, ਵੱਡੀ ਗਲੀ ਆ ਉਹਨੂੰ ਲੱਗਦਾ 40 ਸਾਲਾਂ ਤੋਂ ਉਹਦੀ ਕੰਧ ਲਾ ਰੱਖੀ ਹੈ, ਦਰਵਾਜ਼ਾ ਬੰਦ ਕਰ ਰੱਖਿਆ, 2.5 ਫੁੱਟ ਦੀ ਗਲੀ 'ਚ ਉਹਦਾ ਦਰਵਾਜ਼ਾ। ਐਸਐਸਪੀ ਦੇ ਧਿਆਨ 'ਚ ਇਹ ਗੱਲ ਲਿਆਈ ਗਈ, ਡੀਸੀ ਦੇ ਧਿਆਨ 'ਚ ਇਹ ਗੱਲ ਲਿਆਈ ਗਈ। ਹੁਣ ਜਥੇਬੰਦੀ ਦੇ ਤੌਰ ਤੇ ਅਸੀਂ ਉਹ ਲੜਾਈ ਲੜ ਰਹੇ ਹਾਂ, ਦਰਵਾਜ਼ਾ ਅਸੀਂ ਖੁਲਵਾਵਾਂਗੇ, ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈਗੀ। ਦੂਸਰਾ, ਤੁਸੀਂ ਇਹ ਦੇਖੋ, 40 ਸਾਲ ਤੱਕ ਜੇ ਸਾਨੂੰ ਉਸ ਬੰਦੇ ਦਾ ਨਹੀਂ ਪਤਾ ਲੱਗਿਆ ਜਾਂ ਉਹ ਸਾਡੇ ਤੱਕ ਨਹੀਂ ਪਹੁੰਚ ਸਕਿਆ, ਤਾਂ 40 ਸਾਲ ਤੱਕ ਉਸ ਬੰਦੇ ਦਾ ਇਸ ਹੱਦ ਤੱਕ ਸ਼ੋਸ਼ਣ ਹੋਇਆ। ਇਹ ਕੀਤਾ ਕਿਹਨੇ? ਪਿੰਡਾਂ ਦੇ ਵਿੱਚ ਬੈਠੇ ਹੋਏ ਉਹਨਾਂ ਧਨਾਡਾ ਨਹੀਂ ਕੀਤਾ। ਉਸ ਤੋਂ ਬਾਅਦ ਫਫੜੇ ਭਾਈਕੇ ਦੇ ਵਿੱਚ ਇੱਕ ਦਲਿਤ ਨੌਜਵਾਨ ਦੇ ਸਿਰ ਤੇ ਗਲਤ ਕਰਜ਼ਾ ਦਿਖਾ ਕੇ ਮਤਲਬ ਉਸ ਨੂੰ ਮਰਨ ਤੇ ਮਜਬੂਰ ਕਰ ਦਿੱਤਾ ਜਾਂਦਾ। 12 ਦਿਨ ਉਹਦੀ ਲਾਸ਼ ਸਰਕਾਰੀ ਹਸਪਤਾਲ 'ਚ ਸੜਦੀ ਰਹਿੰਦੀ ਹੈ। ਕੋਈ ਪ੍ਰਸ਼ਾਸਨ FIR ਤੱਕ ਨਹੀਂ ਹੁੰਦੀ ਜਿਹੜੇ ਇਹਨਾਂ ਪੇਂਡੂ ਧਨਾਡਾਂ ਦੇ ਉੱਤੇ, ਕਿਉਂਕਿ ਸਰਕਾਰ ਤੱਕ ਇਹਨਾਂ ਦੀ ਪੂਰੀ ਸਿੱਧੀ ਪਹੁੰਚ ਹੁੰਦੀ ਹੈਗੀ। ਇਸ ਲਈ ਜਿਹੜਾ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਨਾਅਰਾ ਗਾ, ਉਹ ਇੱਕ ਸੰਘਰਸ਼ ਤੱਕ ਸੀਮਤ ਆ। ਉਹ ਸੰਘਰਸ਼ ਦੇ ਵਿੱਚ ਅਸੀਂ ਵੀ ਹਾਂ, ਠੀਕ ਹੈ, ਅੱਛੀ ਗੱਲ ਹੈ, ਉਹ ਨਾਅਰਾ ਹੋਣਾ ਚਾਹੀਦਾ। ਏਕਾ ਹੈ ਸਾਡਾ, ਹੈ, ਚੰਗੀ ਗੱਲ ਹੈ। ਜੇ ਲੜਾਈ ਲੜ ਰਹੇ ਹੋ ਕਿਸੇ ਮੈਦਾਨ ਦੇ ਵਿੱਚ ਹੋ, ਉਸ ਮੈਦਾਨ ਦੇ ਵਿੱਚ ਹੱਕ ਅਧਿਕਾਰਾਂ ਦੀ ਲੜਾਈ ਦੇ ਵਿੱਚ ਸਾਰੇ ਮਜ਼ਦੂਰ ਤੁਹਾਡਾ ਸਾਥ ਦੇਣਗੇ। ਜਿੱਥੇ ਮਜ਼ਦੂਰਾਂ ਦੇ ਸ਼ੋਸ਼ਣ ਦੀ ਗੱਲ ਆਊਗੀ, ਉਹਨਾਂ ਦੇ ਸਵਾਲ ਦੀ ਗੱਲ ਆਊਗੀ, ਤਾਂ ਅਸੀਂ ਵੀ ਮੋਰਚੇ ਤੋਂ ਮਤਲਬ ਉਮੀਦ ਕਰਦੇ ਹਾਂ ਉਹ ਸਖਤ ਸਟੈਂਡ ਲਵੇ, ਉਹ ਕਲੀਅਰ ਕਰੇ ਵੀ ਮਜ਼ਦੂਰਾਂ ਦੇ ਸਵਾਲਾਂ ਦੇ ਉੱਤੇ ਉਹਨਾਂ ਦੀ ਕੀ ਰਾਏ ਹੈ, ਕੀ ਪੱਖ ਹੈ ਉਹਨਾਂ ਦਾ। ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਿੱਥੇ ਵੀ ਦਲਿਤ ਮਜ਼ਦੂਰਾਂ ਦੇ ਉੱਤੇ ਘੋੜੀ ਚੜਨ ਦੇ ਸਵਾਲ ਦੇ ਉੱਤੇ ਮਹਾਰਾਸ਼ਟਰ 'ਚ ਗੋਲੀ ਮਾਰ ਦਿੱਤੀ ਜਾਂਦੀ ਹੈ। ਬਿਹਾਰ ਦੇ ਵਿੱਚ ਮਤਲਬ ਚੱਪਲ ਪਾ ਕੇ ਨਹੀਂ ਤੁਸੀਂ ਤੁਰ ਸਕਦੇ ਹੁੰਦੇ ਸੀ, ਇਹ ਕਾਨੂੰਨ ਸੀ। ਯੂਪੀ ਦੇ ਵਿੱਚ ਤੁਸੀਂ ਪਾਣੀ ਨਹੀਂ ਖੂਹਾਂ ਤੋਂ ਭਰ ਸਕਦੇ, ਨਲਕੇ ਤੇ ਪਾਣੀ ਨਹੀਂ ਪੀ ਸਕਦੇ। ਸਕੂਲਾਂ ਤੇ ਬੱਚਿਆਂ ਨੂੰ ਜਿੱਦਾਂ ਜਲੀਲ ਕੀਤਾ ਜਾਂਦਾ, ਕੁੱਟਿਆ ਜਾਂਦਾ, ਪੂਰੇ ਦੇਸ਼ ਦੀ ਇੱਕ ਤਸਵੀਰ ਆ। ਤਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਜਿਹੜਾ ਨਾਅਰਾ ਹੈ, ਉਸ ਨੂੰ ਜੇ ਤੁਸੀਂ ਮਜ਼ਬੂਤ ਕਰਨਾ ਹੈ ਤਾਂ ਤੁਹਾਨੂੰ ਜੋ ਪੰਜਾਬ ਦੇ ਵਿੱਚ ਦਲਿਤ ਮਜ਼ਦੂਰਾਂ ਦੇ ਨਾਲ ਵਾਪਰਦਾ ਉਹ ਦੇਖਣਾ ਪਏਗਾ। ਉਹਨਾਂ ਨੂੰ ਦੇਖ ਕੇ ਤੁਸੀਂ ਆਪਣਾ ਇੱਕ ਸਟੈਂਡ ਲਓ, ਤੇ ਜੋ ਮਤਲਬ ਪਿੰਡਾਂ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਨੇ ਉਹਨਾਂ ਨੂੰ ਨੱਥ ਪਾਓ। ਦੂਸਰੀ ਗੱਲ, ਇੱਕ ਸਵਾਲ ਹੈ ਖੇਤਾਂ ਦੀ ਜ਼ਮੀਨ ਦਾ, ਜੋ ਤੁਸੀਂ ਕਾਰਪੋਰੇਟਾਂ ਦੇ ਖਿਲਾਫ, ਸਰਕਾਰ ਦੇ ਖਿਲਾਫ, ਸੈਂਟਰ ਦੇ ਖਿਲਾਫ ਲੜ ਰਹੇ ਹੋ। ਦੂਸਰਾ ਸਵਾਲ ਵੀ ਜ਼ਮੀਨ ਦਾ ਹੀ ਹੈ, ਪਰ ਬਸ਼ਰਤ ਇਹ ਹੈ ਵੀ ਉਹ ਜ਼ਮੀਨ ਦਲਿਤਾਂ ਦੀ ਹੈ, ਇਸ ਕਰਕੇ ਉਹਦੀ ਗੱਲ ਨਹੀਂ ਹੋ ਰਹੀ। ਇਹ ਬਹੁਤ ਗਲਤ ਗੱਲ। ਇਹ ਵੀ ਦੇਖਣ ਨੂੰ ਮਿਲਦਾ ਆ ਵੀ ਜਦੋਂ ਦਲਿਤਾਂ ਨੂੰ, ਮਜ਼ਦੂਰਾਂ ਨੂੰ ਜ਼ਮੀਨ ਮਿਲਦੀ ਆ, ਤਾਂ ਜਦੋਂ ਵਾਹੁਣ ਦੀ ਕੋਸ਼ਿਸ਼ ਕਰਦਾ ਉਸ ਜ਼ਮੀਨ ਨੂੰ, ਤਾਂ ਕਿਸਾਨਾਂ ਵੱਲੋਂ ਵੀ, ਜ਼ਿਮੀਂਦਾਰਾਂ ਵੱਲੋਂ ਵੀ ਉਹਨਾਂ ਨੂੰ ਰੋਕ ਦਿੱਤਾ ਜਾਂਦਾ। ਕਿਤੇ ਨਾ ਕਿਤੇ ਬਰਾਬਰਤਾ ਦੀ ਵੀ ਗੱਲ ਆ ਜਾਂਦੀ ਹੈ ਵੀ ਇਹ ਮੇਰੇ ਬਰਾਬਰ ਕਿੱਦਾਂ ਹੋ ਸਕਦਾ, ਇਹ ਤਾਂ ਮੇਰਾ ਸਿਰ ਹੀ ਆ। ਇਹ ਕੋਈ ਅੱਜ ਦੀ ਗੱਲ ਨਹੀਂ ਹੈ, ਇਹ ਇਤਿਹਾਸ ਹੈ ਸਾਡਾ, ਦੁਖਾਂਤ ਹੈ ਕਹਿ ਸਕਦੇ ਹਾਂ। ਇਤਿਹਾਸ ਤਾਂ ਸਾਡਾ ਬਹੁਤ ਗੌਰਵਮਈ ਹੈ, ਜਿਹੜਾ ਸੰਘਰਸ਼ਾਂ ਦਾ ਰਿਹਾ ਹੈ। ਇਹ ਸਾਡਾ ਦੁਖਾਂਤ ਹੈ ਪੂਰੇ ਦੇਸ਼ ਦਾ, ਪੰਜਾਬ ਦਾ ਜ਼ਿਆਦਾਤਰ ਇਹ ਦੁਖਾਂਤ ਹੈ ਵੀ ਸਾਡੀਆਂ ਕਈ ਪੀੜ੍ਹੀਆਂ ਲੰਘ ਗਈਆਂ ਜਿਹੜੀਆਂ ਇਹਨਾਂ ਦੀਆਂ ਗੁਲਾਮੀਆਂ ਕਰਦੇ। ਹੁਣ ਉਹਨਾਂ ਨੂੰ ਲੱਗਦਾ ਵੀ ਅਸੀਂ ਮਤਲਬ ਜ਼ਿਮੀਂਦਾਰ ਹੁੰਦੇ ਹਾਂ, ਅਤੇ ਸਾਡੇ ਬਰਾਬਰ ਕਿਵੇਂ ਪੈਰਲਲ ਕਿਵੇਂ ਖੜੇ ਹੋ ਸਕਦੇ ਆ। ਇਹ ਜੇ ਪੈਰਲਲ ਖੜੇ ਹੋਣਗੇ ਤਾਂ ਫਿਰ ਸਾਡੇ ਕੰਮ ਕੌਣ ਕਰੂਗਾ, ਸਾਡੇ ਗੋਹਾ ਕੂੜਾ ਕੌਣ ਸਿੱਟੂਗਾ, ਸਾਡੇ ਸੀਰੀ ਪਾਲੀ ਕੌਣ ਰਲੂਗਾ। ਉਹ ਮਤਲਬ ਉਹਨਾਂ ਨੂੰ ਹਾਲੇ ਵੀ ਉਹ ਲੋਕ ਸੀਰੀ ਪਾਲੀ ਹੀ ਦਿਖਦੇ ਨੇ, ਉਹ ਗੋਹਾ ਕੂੜਾ ਸੁੱਟਣ ਵਾਲੇ ਹੀ ਦਿਖਦੇ ਨੇ। ਇਸੇ ਕਰਕੇ ਉਹਨਾਂ ਦੇ ਭਾਂਡੇ ਵੀ ਵੱਖਰੇ ਤੌਰ 'ਤੇ ਉਹ ਰੱਖਦੇ ਨੇ। ਇਹ ਸਵਾਲ ਹੀ ਇਹੀ ਹੈ, ਜਾਤੀ ਤੌਰ 'ਤੇ ਉਹ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਚਾਹੇ ਜਿੰਨਾ ਕਹੀ ਜਾਣ ਵੀ ਅਸੀਂ ਗੁਰਦੁਆਰੇ 'ਚ ਜਾਂਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਸੁਣਦੇ ਹਾਂ, ਪਰ ਉਹ ਕਦੇ ਉਸ ਨੂੰ ਮੰਨਦੇ ਨਹੀਂ ਆ, ਪ੍ਰਵਾਨ ਨਹੀਂ ਕਰਦੇ। ਮਨੂ ਸਮ੍ਰਿਤੀ ਦੇ ਖਿਲਾਫ ਮਤਲਬ ਤੁਸੀਂ ਬਾਬਾ ਨਾਨਕ ਦੀ ਬਾਣੀ ਪੜ੍ਹ ਲਓ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪੜ੍ਹ ਲਓ, ਤੁਸੀਂ ਕਿਸੇ ਮਰਜ਼ੀ ਗੁਰੂ ਦੀ ਬਾਣੀ ਪੜ੍ਹ ਲਓ। ਗੁਰੂ ਗੋਬਿੰਦ ਸਿੰਘ ਜੀ ਵੀ ਕਹਿੰਦੇ ਆ ਵੀ ਇਹ ਜਿਹੜਾ ਜਾਤ ਪਾਤ ਹੈ ਇਹ ਨਹੀਂ ਹੋਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਆ, ਪੂਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਘਰਸ਼ ਤੇ ਮਾਨਵਤਾ ਦੀ ਗੱਲ ਕੀਤੀ ਗਈ ਆ। ਪਰ ਪੂਰੇ ਪੰਜਾਬ ਦੇ ਵਿੱਚ ਅਸੀਂ ਇਸ ਤੋਂ ਉਲਟ ਦੇਖਦੇ ਹਾਂ। ਉਹੀ ਲੋਕ ਜਿਹੜੇ ਤੜਕੇ ਗੁਰਦੁਆਰੇ ਜਾਂਦੇ ਆ, ਹੱਥਾਂ ਨੂੰ ਆ ਕੇ ਮਤਲਬ ਗੋਹਾ ਕੂੜਾ ਸਿੱਟਣ ਵਾਲੇ ਲੋਕਾਂ ਦੇ ਨਾਲ ਜੋ ਕਰਦੇ ਆ, ਜਾਂ ਪਿੰਡ ਦੇ ਵਿੱਚ ਜੋ ਉਹਨਾਂ ਦੀ ਪੰਚਾਇਤੀ ਜ਼ਮੀਨ ਜਿਹਦਾ ਉਹ ਹੱਕ ਮੰਗਦੇ ਆ, ਤਾਂ ਉਹਨਾਂ ਦਾ ਬਾਈਕਾਟ ਕਰ ਦਿੰਦੇ ਆ, ਸਮਾਜਿਕ ਬਾਈਕਾਟ।
ਗੁਰਦੁਆਰਿਆਂ ਦੇ ਵਿੱਚ ਵੜ ਕੇ ਤੁਸੀਂ ਅਪੀਲ ਨਹੀਂ ਕਰ ਸਕਦੇ ਵੀ ਅਸੀਂ ਐਸੀ ਭਾਈਚਾਰਾ ਇਕੱਠੇ ਹੋ ਕੇ ਆਪਣਾ ਕੋਈ ਸੰਘਰਸ਼ ਕਰਨਾ ਜੀ, ਉਹਦੇ ਵਾਸਤੇ ਅਸੀਂ ਇਕੱਠੇ ਹੋਣਾ। ਉਹਦੇ ਤਾਂ ਕਹਿ ਦਿੰਦੇ ਨਹੀਂ ਜੀ ਇਹਨਾਂ ਨੂੰ ਚੜ੍ਹਨ ਹੀ ਨਹੀਂ ਦੇਣਾ, ਗੁਰਦੁਆਰਿਆਂ ਦੇ ਵਿੱਚ ਹੀ ਨਹੀਂ ਵੜਨ ਦੇਣਾ। ਪੰਜਾਬ ਦੇ ਵਿੱਚ ਜਿੱਦਾਂ ਪੰਜਾਬ ਦੇ ਵਿੱਚ ਤੇ ਜੇ ਆਪਾਂ ਇੰਡੀਆ ਦੀ ਰੇਸ਼ੋ ਕੱਢੀਏ 100 ਦੇ ਵਿੱਚੋਂ ਜਿਹੜੀ ਦਲਿਤਾਂ ਦੇ ਕੋਲ ਜ਼ਮੀਨ ਆ ਉਹ ਸਿਰਫ 3% ਆ। ਤੇ ਲਗਾਤਾਰ ਜਿਹੜਾ ਸੰਘਰਸ਼ ਚੱਲਦਾ ਰਹਿੰਦਾ ਆ, ਪਰ ਉਹਨਾਂ ਨੂੰ ਜਿਹੜਾ ਇਨਸਾਫ ਆ ਸਰਕਾਰਾਂ ਵੱਲੋਂ ਜਿਹੜਾ ਮਿਲਣਾ ਚਾਹੀਦਾ ਆ ਉਹ ਨਹੀਂ ਮਿਲਦਾ। CM ਇਸ ਵੇਲੇ ਚੰਨੀ ਆ, ਉਹ ਵੀ SC ਆ, ਪਰ ਉਹਨਾਂ ਵੱਲੋਂ ਵੀ ਲਗਾਤਾਰ ਉਹਨਾਂ ਦੇ ਜਿਹੜੇ ਬਿਆਨ ਆ ਰਹੇ ਆ, ਮੈਂ ਆਹ ਕਰ ਦੂੰਗਾ, ਮੈਂ ਆਹ ਕਰ ਦੂੰਗਾ, ਪਰ ਜਿਹੜੀ ਆ ਜ਼ਮੀਨ ਦੇ ਮੁੱਦੇ ਤੇ ਜਿਹੜੀ ਆ 1/3 ਪੰਚਾਇਤੀ ਜ਼ਮੀਨ ਜਿਹੜੀ ਦਲਿਤਾਂ ਨੂੰ ਮਿਲਣੀ ਚਾਹੀਦੀ, ਜਿਹੜਾ ਉਹਨਾਂ ਦਾ ਹੱਕ ਬਣਦਾ ਆ, ਉਹ ਹਜੇ ਤੱਕ ਵੀ ਉਸ ਮੁੱਦੇ ਤੇ ਸਾਇਲੈਂਟ ਆ। ਮੇਰੇ ਨਾਲ ਰਮਨ ਜੀ ਤੁਸੀਂ ਕੀ ਕਹੋਗੇ? ਮੁਕੇਸ਼ ਜੀ SC MLA ਇਸ ਵੱਲ, ਤੇ ਉਹਨਾਂ ਵੱਲੋਂ ਲਗਾਤਾਰ ਜਿਹੜੀਆਂ ਸਕੀਮਾਂ ਲਿਆਂਦੀਆਂ ਜਾ ਰਹੀਆਂ, ਕਿਤੇ ਬਿਜਲੀ ਮਾਫ, ਕਿਤੇ ਕੁਛ ਮਾਫ, ਪਰ ਜਿਹੜੀ ਆ SC ਨੂੰ ਜ਼ਮੀਨ, ਜਿਹੜੀ ਪੰਚਾਇਤੀ ਜ਼ਮੀਨ ਜਿਹੜੇ ਲਗਾਤਾਰ ਕਈ ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਆ, ਤੇ ਉਸ ਮੁੱਦੇ ਤੇ ਉਹ ਚੁੱਪ ਕਿਉਂ? ਦੇਖੋ, ਪਹਿਲੀ ਤਾਂ ਗੱਲ ਜਿਹੜਾ ਜ਼ਮੀਨ ਦਾ ਸਵਾਲ ਆ, ਇਹ ਪਿੰਡ ਦੀ ਸੱਤਾ ਨਾਲ ਜੁੜਿਆ ਹੋਇਆ ਸਵਾਲ ਆ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜੇ ਇਹ ਜ਼ਮੀਨ ਦੀ ਹਿੱਸੇਦਾਰੀ ਦੇ ਵਿੱਚ ਆਉਂਦੇ ਨੇ ਤਾਂ ਇਹ ਸੱਤਾ ਦੇ ਵਿੱਚ ਵੀ ਸਾਨੂੰ ਜਿਹੜਾ ਚੈਲੰਜ ਕਰਨਗੇ। ਇਸ ਕਰਕੇ ਜਿਹੜੀ ਪੰਜਾਬ ਦੀ ਆ, ਭਾਵੇਂ ਸੈਂਟਰ ਦੀ ਸੱਤਾ, ਉਹ ਪਿੰਡ ਦੇ ਨਾਲ ਜੁੜੀ ਹੋਈ ਆ। ਇਸ ਕਰਕੇ ਉਹ ਕਦੇ ਵੀ ਨਹੀਂ ਇਹ ਚਾਹਣਗੇ ਵੀ ਇਹ ਲੋਕ ਜਿਨ੍ਹਾਂ ਦੇ ਉੱਤੇ ਉਹ ਰਾਜ ਕਰਦੇ ਨੇ ਉਹ ਇਸ ਜ਼ਮੀਨ ਦੇ ਮਾਲਕ ਬਣਨ ਤੇ ਉਹ ਸਾਡੇ ਬਰਾਬਰ ਆਉਣ। ਇਸ ਕਰਕੇ ਇਹ ਸਾਫ਼ ਆ ਵੀ ਜਿਨ੍ਹਾਂ ਲੋਕਾਂ ਨੂੰ ਇਹ ਭੁਲੇਖਾ ਵੀ ਇੱਕ ਜਾਤ ਦਾ ਬੰਦਾ ਉੱਪਰ ਉਹ ਚੌਧੇ ਤੇ ਹੋ ਕੇ ਸਾਡੇ ਲੋਕਾਂ ਦੇ ਹਾਲਾਤ ਬਦਲ ਦੂਗਾ, ਇਹ ਨਹੀਂ। ਇੱਥੇ ਜਿੱਥੇ ਇਹ ਕਾਸਟ ਦਾ ਕੁਐਸਚਨ ਆ, ਉੱਥੇ ਕਲਾਸ ਦਾ ਕੁਐਸਚਨ ਵੀ ਆ। ਚੰਨੀ ਸਾਹਿਬ SC ਕਾਸਟ ਦੇ ਵਿੱਚੋਂ ਦਾ ਹੋ ਸਕਦੇ ਨੇ, ਪਰ ਉਹਨਾਂ ਦੀ ਕਲਾਸ ਉਹੀ ਆ ਜਿਹੜੀ ਕੈਪਟਨ ਅਮਰਿੰਦਰ ਦੀ ਆ, ਜਿਹੜੀ ਇੱਥੇ ਮੋਦੀ ਦੀ ਆ, ਜਾਂ ਜਿਹੜੇ ਉਹ ਅੰਬਾਨੀ ਅਡਾਨੀ ਨੇ, ਉਹਨਾਂ ਲਈ ਕੰਮ ਕਰਨ ਵਾਲੇ ਪਾਸੇ ਨੂੰ ਹੀ ਉਸੇ ਪਾਲਿਸੀ ਦੇ ਉੱਤੇ ਉਹ ਕੰਮ ਕਰਨਗੇ। ਇਸ ਲਈ ਉਹ ਭਾਵੇਂ ਪੰਚਾਇਤੀ ਜ਼ਮੀਨ ਦਾ ਮਸਲਾ ਹੋਵੇ, ਭਾਵੇਂ ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਦਾ ਮਾਮਲਾ ਹੋਵੇ, ਭਾਵੇਂ ਉਹ ਨਜੂਲ ਸੁਸਾਇਟੀ ਦੀਆਂ ਜ਼ਮੀਨਾਂ ਦੇ ਮਾਲਕੀ ਹੱਕ ਦਾ ਹੋਵੇ, ਉਹਦੇ ਲਈ ਉਹਨਾਂ ਨੇ ਸਾਫ਼ ਤੌਰ 'ਤੇ ਚੁੱਪ ਧਾਰੀ ਹੋਈ ਆ। ਇੱਥੋਂ ਤੱਕ ਕਿ ਉਹਨਾਂ ਦਾ ਇਹ ਨਕਾਬ ਉਸ ਟਾਈਮ ਉਤਰਿਆ ਜਦੋਂ 12 ਤਰੀਕ ਨੂੰ ਮਰਿੰਡੇ ਸ਼ਹਿਰ ਦੇ ਵਿੱਚ ਜਿਹੜਾ CM ਇਹ ਕਹਿੰਦਾ ਕਿ ਮੈਂ ਕਿਸਾਨਾਂ ਦੇ ਧਰਨੇ ਦੇ ਵਿੱਚ ਨੰਗੇ ਪੈਰੀ ਚੱਲ ਕੇ ਜਾਊਂਗਾ, ਔਰ ਕਿਸਾਨਾਂ ਵੱਲੋਂ ਇਹ ਰਿਐਕਸ਼ਨ ਆਉਂਦਾ ਵੀ ਜੇ ਆਊਗਾ ਤਾਂ ਅਸੀਂ ਜੁੱਤੀਆਂ ਮਾਰਾਂਗੇ। ਉੱਥੇ ਤਾਂ ਉਹ ਜਾ ਕੇ ਕੱਲ੍ਹ ਹੀ ਟੋਲ ਪਲਾਜ਼ੇ 'ਤੇ ਬੈਠਿਆਂ ਦੀ ਉਹਨਾਂ ਦੀ ਖਬਰ ਚੱਲਦੀ ਸੀ, ਉੱਥੇ ਤਾਂ ਉਹ ਜਾ ਰਹੇ ਨੇ। ਇੱਕ ਹਜ਼ਾਰਾਂ ਬੰਦੇ SC ਭਾਈਚਾਰੇ ਦੇ ਇਕੱਠੇ ਹੋ ਕੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਨੇ, ਉਹਨਾਂ ਨੂੰ ਆਪਦੀ ਮੰਗ ਦੱਸਣੀ ਚਾਹੁੰਦੇ ਨੇ, ਉਹਨਾਂ ਨੂੰ ਉਹ ਮਤਲਬ ਮੁਲਾਕਾਤ ਦਾ ਸਮਾਂ ਵੀ ਨਹੀਂ ਦਿੰਦੇ। ਤਾਂ ਇਹ ਗੱਲ ਇਸ ਗੱਲ ਨੂੰ ਬਿਲਕੁਲ ਸਾਫ਼ ਕਰਦੀ ਆ ਵੀ ਕਿਸੇ ਦਾ ਕਾਸਟ ਦਾ ਬੰਦਾ ਕੋਈ ਜਿੰਨੇ ਮਰਜ਼ੀ ਉੱਪਰਲੇ ਅਹੁਦੇ 'ਤੇ ਹੋਵੇ, ਉਹ ਜਿਸ ਕਲਾਸ ਦਾ ਉਹਦੀ ਇਹ ਗੱਲ ਕਰੂਗਾ, ਔਰ ਉਹ ਉਹਨਾਂ ਨੇ ਕੀਤੀ ਆ। ਤੁਹਾਡੇ ਕਹਿਣ ਦਾ ਮਤਲਬ ਚੰਨੀ ਸਾਹਿਬ ਨੂੰ ਇਹ ਪੋਜੀਸ਼ਨ ਤਾਂ ਮਿਲ ਗਈ ਆ, ਪਰ ਉਹ ਪਾਵਰ ਨਹੀਂ ਮਿਲੀ ਹੈਗੀ। ਨਹੀਂ, ਦੇਖੋ ਪਾਵਰ ਕਿਉਂ ਨਹੀਂ ਮਿਲੀ? ਪਾਵਰ ਦੇ ਵਿੱਚ ਹੈਗੇ, ਪਰ ਸਵਾਲ ਇਹ ਆ ਵੀ ਉਹ ਨੁਮਾਇੰਦਾ ਕਿਹਨਾਂ ਦਾ। ਅਕਸਰ ਪਿੰਡਾਂ ਦੇ ਵਿੱਚ ਇਹ ਹੁੰਦਾ ਵੀ SC ਕੋਟੇ ਦੇ ਵਿੱਚ ਉਹ ਸਰਪੰਚ ਬਣਦੇ ਨੇ, ਪਰ ਉਹਦੀ ਮੋਹਰ ਆ ਜਿਹੜੀ ਚਾਚੇ ਦੀ ਕੋਠੀ ਦੇ ਵਿੱਚ ਲੱਗਦੀ ਆ। ਇਹ ਅਸੀਂ ਆਮ ਦੇਖਣ ਨੂੰ ਸਾਨੂੰ ਪਿੰਡਾਂ ਦੇ ਵਿੱਚ ਮਿਲ ਜਾਂਦਾ। ਉਹੀ ਪੋਜੀਸ਼ਨ ਹੁਣ ਜਿਹੜੀ ਚੰਨੀ ਸਾਹਿਬ ਦੀ ਸਾਨੂੰ ਲੱਗਦਾ ਬਣੀ ਹੋਈ ਆ ਵੀ ਭਾਵੇਂ CM ਦੀ ਕੁਰਸੀ ਦੇ ਉੱਤੇ ਬਿਠਾਤਾ, ਕਿਉਂਕਿ ਪੰਜਾਬ ਦੀ ਪੋਲਿਟਿਕਸ ਦਾ ਮਾਹੌਲ ਇਹ ਸੀ ਵੀ BJP, ਅਕਾਲੀ ਦਲ ਸਾਰੇ ਇਹ ਨੈਰੇਟਿਵ ਸਿਰਜ ਰਹੇ ਨੇ ਕਿ ਬਈ SC ਚਿਹਰਾ ਜਿਹੜਾ ਉਹ ਮੁੱਖ ਮੰਤਰੀ ਦਾ ਹੋਣਾ ਚਾਹੀਦਾ, ਕੋਈ ਕਹਿੰਦਾ ਉਪ ਮੁੱਖ ਮੰਤਰੀ ਦਾ ਹੋਣਾ ਚਾਹੀਦਾ। ਤੇ ਸਾਡੇ ਲੋਕ ਨੇ ਜਿਹੜੇ ਉਹ ਇੰਨੇ ਭੋਲੇ ਨੇ, ਉਹ ਇਸ ਭੁਲੇਖੇ ਦੇ ਵਿੱਚ ਆ ਵੀ ਜਾਂਦੇ ਨੇ ਬਈ ਹੁਣ ਸ਼ਾਇਦ ਸਾਡੇ ਜਿਹੜੇ ਸਾਰੇ ਮਸਲੇ ਨੇ, ਸਾਡੀਆਂ ਜਿਹੜੀਆਂ ਇਹ ਤੰਗੀਆਂ ਤਰੁੱਟੀਆਂ ਨੇ, ਉਹ ਉਹਨਾਂ ਨੇ ਦੂਰ ਕਰ ਦੇਣੀਆਂ ਨੇ। ਪਰ ਇਹ ਸਿਰਫ ਇਲੈਕਸ਼ਨ ਦਾ ਇੱਕ ਸਟੰਟ ਆ, ਇਹ ਤੋਂ ਵੱਧ ਕੁਝ ਨਹੀਂ। ਔਰ ਇਹ ਚੀਜ਼ ਤੁਸੀਂ ਇਹ ਦੇਖੋ ਵੀ ਹੁਣ ਪਲਾਟਾਂ ਦੀ ਜਿਨ੍ਹਾਂ ਦੀ ਗੱਲ ਕੀਤੀ ਆ, ਕੈਪਟਨ ਨੇ ਆਉਣ ਤੋਂ ਪਹਿਲਾਂ ਵੱਡੇ ਵੱਡੇ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ, ਫਾਰਮ ਭਰਾਏ ਵੀ ਅਸੀਂ 5-5 ਮਰਲੇ ਪਲਾਟ ਦੇਵਾਂਗੇ। ਉਹ ਕੋਈ ਪਲਾਟ ਗਰਾਊਂਡ ਦੇ ਉੱਤੇ ਨਹੀਂ ਮਿਲੇ। ਹੁਣ ਜਿਹੜਾ ਚੰਨੀ ਸਾਹਿਬ ਨੇ ਕਿਹਾ ਵੀ ਦੀਵਾਲੀ ਨੂੰ ਦੀਵਾ ਮੈਂ ਜਿਹੜਾ ਤੁਹਾਡੇ ਘਰ ਦੇ ਵਿੱਚ ਬਾਲੂੰਗਾ, ਤੇ ਅਸੀਂ ਇਹ ਪੁੱਛਾਂਗੇ ਉਹਨਾਂ ਨੂੰ ਵੀ ਸਾਡੇ ਲੋਕ ਕਿੱਥੇ ਦੀਵਾ ਬਾਲਣ। ਸਾਡੇ ਲੋਕ ਅੱਜ ਵੀ ਉਹ ਕਈ ਪਰਿਵਾਰ ਜਿਹੜੇ ਖੁੱਡਿਆਂ ਵਰਗੇ ਘਰਾਂ ਦੇ ਵਿੱਚ ਰਹਿਣ ਲਈ ਮਜਬੂਰ ਨੇ, ਉੱਥੇ ਹੀ ਉਹਨਾਂ ਦਾ ਜਿਹੜਾ ਡੰਗਰ ਖੜਾ, ਉੱਥੇ ਹੀ ਉਹਨਾਂ ਦਾ ਜਿਹੜਾ ਚੁੱਲ੍ਹਾ ਹੁੰਦਾ, ਤੇ ਉਹ ਜਿਹੜਾ ਉਹਦਾ ਮਤਲਬ ਮਲ ਮੂਤਰ ਆ ਉਹਨਾਂ ਦੀਆਂ ਪਲੇਟਾਂ ਤੱਕ ਉਹ ਆਉਂਦਾ। ਕੀ ਚੰਨੀ ਸਾਹਿਬ ਜਿਹੜੇ ਕਹਿੰਦੇ ਨੇ ਮੈਂ ਇਸ ਬੈਕਗਰਾਊਂਡ ਦਾ ਬੰਦਾ, ਕੀ ਉਹਨਾਂ ਨੂੰ ਇਹਨਾਂ ਹਾਲਾਤਾਂ ਦਾ ਪਤਾ ਨਹੀਂ? ਇਹ ਸਭ ਕੁਝ ਪਤਾ ਹੋਣ ਦੇ ਬਾਵਜੂਦ ਜੇ ਉਹ ਚੁੱਪ ਨੇ ਤਾਂ ਇਹ ਸਾਫ਼ ਆ ਜਿਵੇਂ ਬਾਕੀ ਪਾਰਟੀਆਂ ਇਹ ਕਰ ਰਹੀਆਂ ਨੇ ਵੀ ਬਿਜਲੀ ਦੀਆਂ ਯੂਨਿਟਾਂ ਵੱਧ ਦੇ ਦਿਆਂਗੇ, ਫ੍ਰੀ ਦੇ ਦਿਆਂਗੇ, ਜਾਂ ਤੁਹਾਨੂੰ ਆਟਾ ਦਾਲ ਦੀ ਸਕੀਮ ਦੇ ਦਾਂਗੇ।
ਇਸ ਤਰ੍ਹਾਂ ਦੇ ਜਿਹੜੇ ਭੁਲੇਖੇ ਨੇ ਉਹ ਪਾ ਕੇ ਲੋਕਾਂ ਨੂੰ ਹੁਣ ਵੀ ਇਹ ਵੋਟ ਲੈਣੀ ਚਾਹੁੰਦੇ ਨੇ। ਪਰ ਅਸਲ ਹਕੀਕੀ ਮੁੱਦੇ ਨੇ ਜਿਹੜੇ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਉਹਨਾਂ ਐਸੀ ਭਾਈਚਾਰੇ ਦੇ ਲੋਕਾਂ ਦਾ ਇੱਕ ਮਾਣ ਸਨਮਾਨ ਬਹਾਲ ਕਰਨਾ, ਜਿਹਦੇ ਨਾਲ ਔਰਤਾਂ ਦਾ ਵੱਟਾਂ ਤੇ ਹੁੰਦਾ ਸ਼ੋਸ਼ਣ ਖਤਮ ਹੋਣਾ, ਜਿਹੜੀ ਪਿੰਡਾਂ 'ਚ ਵਿਗਾੜ ਹੁੰਦੀ ਆ ਉਸ ਵਿਗਾੜ ਨੇ ਟੁੱਟਣਾ, ਉਸ ਚੀਜ਼ ਨੂੰ ਉਹ ਹੱਲ ਕਰਨ ਵਾਲੇ ਕਦੇ ਵੀ ਉਸ ਪਾਸੇ ਨੂੰ ਨਹੀਂ ਜਾਂਦੇ। ਭਾਵੇਂ 2016 ਦੇ ਵਿੱਚ ਚੰਨੀ ਸਾਹਿਬ ਆਪ ਬਿਆਨ ਦੇ ਕੇ ਗਏ ਸੀ ਵੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ 5000 ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਐਸੀ ਭਾਈਚਾਰੇ ਨੂੰ ਦੇਵਾਂਗੇ, ਇਹ ਮਸਲੇ ਦਾ ਹੱਲ ਕਰਾਂਗੇ। ਪਰ ਜਿਸ ਤਰ੍ਹਾਂ ਕਾਂਗਰਸ ਤੇ ਅਕਾਲੀ ਦਲ ਦੀ ਪੰਜਾਬ ਵਿੱਚ ਬਦਲ ਕੇ ਸਰਕਾਰਾਂ ਬਣਦੀਆਂ ਰਹੀਆਂ ਆ, ਇਹ ਜਿਹੜੀਆਂ ਬਾਕੀ ਵਿਰੋਧੀ ਪਾਰਟੀਆਂ ਆ ਜਿਨ੍ਹਾਂ ਦੀਆਂ ਸਰਕਾਰਾਂ ਜਾਂ ਨਹੀਂ ਬਣੀਆਂ ਹੈਗੀਆਂ, ਕੀ ਉਹ ਤੁਹਾਨੂੰ ਉਹਨਾਂ ਦੀ ਕੀ ਸਪੋਰਟ ਰਹਿੰਦੀ ਹੈ ਤੇ ਉਹਨਾਂ ਦਾ ਕੀ ਨਜ਼ਰੀਆ ਰਹਿੰਦਾ ਇਸ ਮੁੱਦੇ 'ਤੇ? ਦੇਖੋ, ਪਾਲਿਸੀ ਸਾਰਿਆਂ ਦੀ ਇੱਕੋ ਹੀ ਆ। ਇਸ ਗੱਲ ਦਾ ਸਾਡੇ ਲੋਕਾਂ ਨੂੰ ਭੁਲੇਖਾ ਨਹੀਂ ਰੱਖਣਾ ਚਾਹੀਦਾ। ਉਹ ਭਾਵੇਂ ਅਕਾਲੀ ਆ, ਚਾਹੇ ਕਾਂਗਰਸੀ ਆ, ਚਾਹੇ ਉਹ ਭਾਜਪਾ, ਆਮ ਆਦਮੀ ਪਾਰਟੀ, ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਆ ਜਾਵੇ, ਅਸੀਂ ਸੰਗਰੂਰ ਦੇ ਵਿੱਚ ਇਹ ਸੰਘਰਸ਼ ਲੜਿਆ। 3 ਦਰਜਨ ਜਿਹੜੇ ਪਰਚੇ ਨੇ ਉਹ ਸਾਡੇ ਤੇ ਦਰਜ ਹੋ ਚੁੱਕੇ ਨੇ, ਕੋਰਟ ਨੇ ਸਾਨੂੰ ਪੀਓ ਕੀਤਾ ਹੋਇਆ। ਇਹਨਾਂ ਸਾਰਾ ਕੁਝ ਹੋਣ ਤੇ ਭਗਵੰਤ ਮਾਨ ਜਿਹੜਾ ਆਮ ਆਦਮੀ ਪਾਰਟੀ ਦਾ ਸੀ, ਉਹਨੇ ਇਹ ਬਿਆਨ ਦਿੱਤਾ ਕਿ ਭਾਈਚਾਰਕ ਸਾਂਝ ਆ ਜਿਹੜੀ ਉਹ ਨਾ ਤੋੜੋ। ਉਹ ਭਾਈਚਾਰਕ ਸਾਂਝ ਦਾ ਮੀਨਿੰਗ ਕੀ ਆ ਵੀ ਜਿੰਨੀ ਦੇਰ ਤੁਹਾਡਾ ਕੋਈ ਪਿੰਡ ਦੇ ਵਿੱਚ ਹੱਕ ਮਾਰ ਰਿਹਾ ਤੇ ਤੁਸੀਂ ਚੁੱਪ ਹੋ, ਉਹ ਉਨੀ ਦੇਰ ਸਾਂਝ ਬਣੀ ਰਹਿੰਦੀ ਆ। ਜਦੋਂ ਤੁਸੀਂ ਕਹਿੰਦੇ ਹੋ ਵੀ ਇਹ ਸਾਡਾ ਹਿੱਸਾ ਬਣਦਾ, ਸਾਨੂੰ ਮਿਲਣਾ ਚਾਹੀਦਾ, ਤਾਂ ਉਹ ਭਾਈਚਾਰਕ ਸਾਂਝ ਆ ਜਿਹੜੀ ਉਹ ਟੁੱਟਣੀ ਸ਼ੁਰੂ ਹੋ ਜਾਂਦੀ ਆ। ਇਸ ਕਰਕੇ ਇਹੋ ਜਿਹੀ ਸਾਂਝ ਦੀ ਸਾਨੂੰ ਲੋੜ ਨਹੀਂ ਹੈ ਜਿਹੜੀ ਕਿਸੇ ਦੀ ਲੁੱਟ 'ਤੇ ਆਧਾਰਿਤ ਹੋਵੇ। ਅਸੀਂ ਚਾਹੁੰਦੇ ਹਾਂ ਵੀ ਉਹ ਬਰਾਬਰਤਾ ਵਾਲੀ ਸਾਂਝ ਆ ਜਿਹੜੀ ਉਹ ਹੋਣੀ ਚਾਹੀਦੀ ਆ, ਔਰ ਸਾਂਝ ਸਾਡੀ ਸਮਝ ਮੁਤਾਬਕ ਬਰਾਬਰਦਿਆਂ ਦੇ ਵਿੱਚ ਹੀ ਹੁੰਦੀ ਆ। ਤਕੜੇ ਤੇ ਮਾੜੇ ਦੀ ਜਿਹੜੀ ਕੋਈ ਸਾਂਝ ਨਹੀਂ ਹੁੰਦੀ। ਇਸ ਕਰਕੇ ਉਹ ਭਾਵੇਂ ਇੱਥੇ ਬਦਲ ਕੇ ਆਮ ਆਦਮੀ ਪਾਰਟੀ ਨੂੰ ਲਿਆਉਣ, ਭਾਵੇਂ ਕਿਸੇ ਹੋਰ ਨੂੰ ਲਿਆਉਣ, ਇਹ ਜਦੋਂ ਤੱਕ ਉਹਨਾਂ ਦੀ ਪਾਲਿਸੀ, ਜਿਸ ਪਾਲਿਸੀ ਦੇ ਉੱਤੇ ਉਹ ਕੰਮ ਕਰਦੇ ਨੇ, ਉਹ ਨਹੀਂ ਚੇਂਜ ਹੁੰਦੀ, ਇਸ ਦੇਸ਼ ਦਾ ਪ੍ਰਬੰਧ ਨਹੀਂ ਚੇਂਜ ਹੁੰਦਾ, ਉਨੀ ਦੇਰ ਸਾਡੇ ਲੋਕਾਂ ਦੇ ਹਾਲਾਤ ਨਹੀਂ ਬਦਲ ਸਕਦੇ। ਇਹਨਾਂ ਪਾਰਟੀਆਂ ਦਾ ਏਜੰਡਾ ਇੱਕੋ ਹੀ ਆ, ਉਹਨਾਂ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨਾ, ਔਰ ਉਹਦੇ ਲਈ ਉਹ ਲੱਗੇ ਹੋਏ ਨੇ। ਅੱਜ ਦੀ ਮੀਟਿੰਗ ਵਿੱਚ ਜਿਹੜਾ ਤੁਹਾਡਾ ਕੀ ਤੈਅ ਹੋਇਆ ਪ੍ਰੋਗਰਾਮ? ਅੱਜ ਜਿਹੜੀ ਮੀਟਿੰਗ ਸੀ ਉਹਦੇ ਤੇ ਅਸੀਂ ਆਪਣੇ ਮਸਲਿਆਂ ਦੇ ਉੱਤੇ ਵੀ ਅਸੀਂ ਕਿਸ ਚੀਜ਼ ਦੇ ਉੱਤੇ ਜਿਹੜਾ ਆਪਦਾ ਪ੍ਰੋਗਰਾਮ ਆ ਉਹ ਫੋਕਸ ਕਰਨਾ, ਉਹਦੇ 'ਚ ਅਸੀਂ ਕੁਝ ਮੰਗਾਂ ਤੈਅ ਕੀਤੀਆਂ ਨੇ ਬਈ ਜਿਹੜੀ ਪੰਚਾਇਤੀ ਜ਼ਮੀਨ 'ਚੋਂ ਤੀਜਾ ਹਿੱਸਾ ਐਸੀ ਕੋਟੇ ਦਾ ਰਾਖਵਾਂ ਉਹ ਪੱਕੇ ਤੌਰ 'ਤੇ ਉਹਨਾਂ ਨੂੰ ਮਿਲੇ, ਔਰ ਉਹਦੇ ਲਈ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ, ਭਾਵੇਂ ਉਹ ਦੁਆਬੇ ਦੇ ਵਿੱਚੋਂ ਨੇ ਜਾਂ ਮਾਝੇ ਦੇ ਵਿੱਚੋਂ ਨੇ, ਉਹ ਇਸ ਗੱਲ ਦੇ ਉੱਤੇ ਸਹਿਮਤ ਹੋਏ ਨੇ। ਉਹਨਾਂ ਨੂੰ ਲੱਗਦਾ ਵੀ ਹਾਂ ਇਹ ਜ਼ਮੀਨ ਦਾ ਸਵਾਲ ਹੀ ਆ ਜਿਹੜਾ ਸਾਡੇ ਲੋਕਾਂ ਦੇ ਹਾਲਾਤਾਂ ਨੂੰ ਬਦਲ ਸਕਦਾ, ਔਰ ਉਹਦੇ ਲਈ ਹੋਰ ਜਿਹੜੇ ਜਥੇਬੰਦੀਆਂ ਅਜੇ ਇੱਥੇ ਨਹੀਂ ਪਹੁੰਚੀਆਂ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਇੱਕ ਕੋਈ ਸਾਂਝਾ ਪਲੇਟਫਾਰਮ ਬਣਾ ਕੇ ਪੂਰੇ ਪੰਜਾਬ ਦੀ ਇਸ ਲੜਾਈ ਨੂੰ ਜਿਹੜਾ ਉਹ ਖੜਾ ਕਰਾਂਗੇ, ਤਾਂ ਜੋ ਜਿਹੜੇ ਸੀਐਮ ਸਾਹਿਬ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਇਕੱਲੀ ਮਾਲਵੇ ਦੇ ਵਿੱਚ ਲੜਾਈ ਲੜੀ ਜਾ ਰਹੀ ਆ, ਉਹਨਾਂ ਨੂੰ ਦੱਸੀਏ ਵੀ ਇਹ ਇਕੱਲੇ ਮਾਲਵੇ ਦਾ ਨਹੀਂ, ਇਹ ਪੂਰੇ ਪੰਜਾਬ ਦਾ, ਇੱਥੋਂ ਦੇ ਐਸੀ ਲੋਕਾਂ ਦਾ, ਉਹ ਲੋਕ ਜਿਨ੍ਹਾਂ ਦਾ ਅਜੇ ਵੀ ਗੁਰਦੁਆਰਿਆਂ ਦੇ ਵਿੱਚੋਂ ਅਨਾਊਂਸਮੈਂਟ ਕਰਕੇ ਬਾਈਕਾਟ ਕੀਤਾ ਜਾਂਦਾ, ਆਪਦਾ ਹੱਕ ਮੰਗਣ ਤੇ ਉਹਨਾਂ ਦੇ ਸਿਰ ਨੇ ਜਿਹੜੇ ਪਾੜੇ ਜਾਂਦੇ ਨੇ, ਇਹ ਉਸ ਗੱਲ ਦਾ ਉਹ ਸੀਐਮ ਸਾਹਿਬ ਤੱਕ ਪਹੁੰਚਾਉਣ ਦਾ ਤੇ ਉਹਨਾਂ ਤੋਂ ਮਨਵਾਉਣ ਤੱਕ ਦੀ ਜਿਹੜੀ ਲੜਾਈ ਆ ਉਹ ਹੋਊਗੀ। ਇਸ ਕਰਕੇ ਉਹ ਸਾਰੇ ਜਿਹੜੇ ਵੱਖ-ਵੱਖ ਇਲਾਕਿਆਂ 'ਚੋਂ, ਵੱਖ-ਵੱਖ ਖਿੱਤਿਆਂ 'ਚੋਂ ਜਿਹੜੀਆਂ ਜਥੇਬੰਦੀਆਂ ਨੇ ਉਹ ਇੱਥੇ ਇਕੱਠੀਆਂ ਹੋਈਆਂ ਨੇ ਵੀ ਇਸ ਲੜਾਈ ਨੂੰ ਅਸੀਂ ਹੋਰ ਵਿਸ਼ਾਲ ਕਰੀਏ, ਤਾਂ ਜੋ ਇਹਨਾਂ ਮਸਲਿਆਂ ਦੇ ਉੱਤੇ ਉਹਨਾਂ ਨੂੰ ਹੱਲ ਕਰਨ ਲਈ ਮਜਬੂਰ ਹੋਣਾ ਪਵੇ। ਜਿਵੇਂ ਕਿਸਾਨ ਜਥੇਬੰਦੀਆਂ ਨੇ, ਉਹ ਮੋਦੀ ਜਿਹੜਾ ਇਹ ਕਹਿੰਦਾ ਸੀ ਵੀ ਮੈਂ ਤਾਂ ਕਿਸੇ ਦੀ ਸੁਣਦਾ ਹੀ ਨਹੀਂ, ਤੇ ਉਹਨੂੰ ਬ੍ਰੇਕਾਂ ਲਾਈਆਂ ਨੇ ਉਸ ਅੰਨੇ ਘੋੜੇ ਨੂੰ, ਕਹਿ ਲਈਏ ਉਸ ਰਾਤ ਨੂੰ, ਜਿਹੜਾ ਉਹ ਫਾਸ਼ੀਵਾਦ ਦਾ ਰਥ ਲੈ ਕੇ ਹਰ ਤਰ੍ਹਾਂ ਦੇ ਜਿਹੜੇ ਮਨਮਰਜ਼ੀ ਨਾਲ ਲੋਕਾਂ ਦੇ ਹੱਕ ਸੀ ਕੁਚਲਦਾ ਜਾ ਰਿਹਾ ਸੀ, ਉਹਨੂੰ ਕਿਤੇ ਨਾ ਕਿਤੇ ਉਹ ਦਿੱਲੀ ਦੇ ਅੰਦੋਲਨ ਨੇ ਜਿਵੇਂ ਬ੍ਰੇਕਾਂ ਲਾਈਆਂ ਨੇ। ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜੇ ਸਾਡੇ ਵੀ ਇਹ ਐਸੀ ਭਾਈਚਾਰੇ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠੀਆਂ ਹੁੰਦੀਆਂ ਨੇ, ਤਾਂ ਅਸੀਂ ਜਿਹੜਾ ਇੱਥੋਂ ਦੇ ਪੰਜਾਬ ਸਰਕਾਰ ਨੂੰ ਨੱਥ ਪਾ ਸਕਦੇ ਹਾਂ ਤੇ ਆਪਦੇ ਜ਼ਮੀਨ ਦੇ ਮਸਲੇ ਨੇ ਜਿਹੜੇ ਉਹ ਹੱਲ ਕਰਵਾ ਸਕਦੇ ਹਾਂ। ਇਹ ਸਨ ਮੇਰੇ ਨਾਲ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਨੇ ਅੱਜ ਲੁਧਿਆਣੇ ਵਿਖੇ ਇੱਕ ਮੀਟਿੰਗ ਕੀਤੀ ਆ, ਤੇ ਜਿਹੜਾ ਕਿਸਾਨ ਜਿਹੜਾ ਆ 1 ਸਾਲ ਤੋਂ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰ ਰਿਹਾ ਆ, ਤੇ ਜਿਹੜਾ ਮਜ਼ਦੂਰ ਆ ਉਹਦੇ ਨਾਲ ਮੋਢਾ ਲਾ ਕੇ ਖੜਾ ਆ। ਕਿਸਾਨਾਂ ਨੂੰ ਵੀ ਲੋੜ ਆ ਵੀ ਕਿਸਾਨਾਂ ਨੂੰ ਵੀ ਚਾਹੀਦਾ ਵੀ ਜਿਹੜਾ ਮਜ਼ਦੂਰ ਆਪਣੀ ਪੰਚਾਇਤੀ ਜ਼ਮੀਨ ਦੇ ਲਈ ਸੰਘਰਸ਼ ਕਰ ਰਿਹਾ ਉਹਦੀ ਸਪੋਰਟ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਕਿਸਾਨਾਂ ਦੀ ਮਜ਼ਦੂਰ ਕਰ ਰਿਹਾ ਆ। ਤੇ ਚੰਨੀ ਸਾਹਿਬ ਚਾਹੇ ਐਸੀ ਮੁੱਖ ਮੰਤਰੀ ਆ, ਪਰ ਇਹਨਾਂ ਦਾ ਜਿਹੜਾ ਇਹ ਇਸ਼ੂ ਆ ਜ਼ਮੀਨ ਪ੍ਰਾਪਤੀ ਦਾ, ਉਹ ਉੱਥੇ ਹੀ ਹਜੇ ਖੜਾ ਆ। ਹੁਣ ਵੇਖਣਾ ਇਹ ਹੋਵੇਗਾ ਵੀ ਜਿਹੜਾ ਇਹਨਾਂ ਦਾ ਸੰਘਰਸ਼ ਆ ਕਿੱਥੇ ਤੱਕ ਜਾਂਦਾ ਆ,
ਤੇ ਇਹਨਾਂ ਦਾ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਪਲਾਨ ਹੈਗਾ ਆ ਕਿ ਇਹਨਾਂ ਦੀਆਂ ਜਿਹੜੀਆਂ ਮੰਗਾਂ ਆ ਮੁੱਖ ਮੰਤਰੀ ਸਾਹਿਬ ਹੱਲ ਕਰਦੇ ਆ ਜਾਂ ਇਹਨਾਂ ਦਾ ਸੰਘਰਸ਼ ਜਿਹੜਾ ਕਈ ਸਾਲਾਂ ਤੋਂ ਚੱਲ ਰਿਹਾ ਆ ਉਹ ਇਸੇ ਤਰ੍ਹਾਂ ਜਾਰੀ ਰਹਿੰਦਾ ਆ। ਲੁਧਿਆਣਾ ਤੋਂ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ।